ਹੈਲੋ ਸਟੂਡੈਂਟ, ਸਤਿ ਸ਼੍ਰੀ ਅਕਾਲ। ਕਿਵੇਂ ਹੋ ਤੁਸੀਂ ਸਾਰੇ? ਉਮੀਦ ਕਰਦਾ ਤੁਸੀਂ ਸਾਰੇ ਬਹੁਤ ਵਧੀਆ, ਬਹੁਤ ਗੁੱਡ ਹੋਵੋਗੇ। ਤੁਹਾਡਾ ਪਹਿਲਾ ਪੇਪਰ ਆ 9th ਕਲਾਸ ਦੇ ਸਟੂਡੈਂਟਸ ਦਾ, ਸਾਇੰਸ ਵਿਸ਼ੇ ਦਾ। ਸੋ ਉਹਦੇ ਲਈ ਇੰਗਲਿਸ਼ ਮੀਡੀਅਮ ਕੁਐਸਚਨ ਪੇਪਰ ਲੈ ਆਏ ਹਾਂ। ਪੰਜਾਬੀ ਮੀਡੀਅਮ ਕੁਐਸਚਨ ਪੇਪਰ ਆਲਰੈਡੀ ਚੈਨਲ 'ਤੇ ਅਪਲੋਡ ਕਰ ਦਿੱਤਾ ਗਿਆ ਹੈ। ਸੋ ਹੁਣ ਇੰਗਲਿਸ਼ ਮੀਡੀਅਮ ਵੀ ਕਰ ਲਈਏ। ਇਹ ਕਿਸੇ ਟੀਚਰ ਦੁਆਰਾ ਹੀ ਬਣਾਇਆ ਗਿਆ ਆ ਅਤੇ ਇਹ ਪੇਪਰ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਕਿਉਂਕਿ ਇਹ ਮਤਲਬ ਮੈਂ ਤੁਹਾਨੂੰ ਇੰਨਾ ਦੱਸ ਦੇਵਾਂ ਕਿ ਕੁਐਸਚਨ ਇਹਦੇ ਵਿੱਚ ਬਹੁਤ ਇੰਪੋਰਟੈਂਟ ਹੈ, ਠੀਕ ਆ। ਅਤੇ ਨਾਲ ਤੁਹਾਡੀ ਪ੍ਰੈਕਟਿਸ ਵੀ ਹੋ ਜੂਗੀ। ਸੋ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ, ਠੀਕ ਹੈ। ਸੋ ਸੈਕਸ਼ਨ ਏ ਤੋਂ ਸ਼ੁਰੂ ਕਰਦੇ ਹਾਂ, ਜਿਹਦੇ ਵਿੱਚ ਫਸਟ ਆਪਣੇ ਕੋਲ MCQ ਕਹਿੰਦਾ ਦਾ ਪਾਰਟੀਕਲ ਆਫ ਮੈਟਰ ਡੈਸ਼ ਈਚ ਅਦਰ। ਸੋ ਰਾਈਟ ਆਨਸਰ ਹਾਈਲਾਈਟ ਕੀਤਾ ਗਿਆ, ਡੈਟ ਇਜ਼ ਅਟਰੈਕਸ਼ਨ, ਠੀਕ ਆ। ਦੋ ਪਾਰਟੀਕਲਸ ਦੇ ਵਿਚਕਾਰ ਅਟਰੈਕਸ਼ਨ ਦੀ ਫੋਰਸ ਹੁੰਦੀ ਹੈ, ਜਿੱਦਾਂ ਦੋ ਪਾਰਟੀਕਲਸ ਆ, ਠੀਕ। ਰਿਪਲਸ਼ਨ ਨਹੀਂ ਹੁੰਦੀ ਅਤੇ ਬਾਕੀ ਤਾਂ ਕੋਈ ਹੁੰਦੀ ਨਹੀਂ, ਠੀਕ ਆ। ਕਿਹੜੀ ਫੋਰਸ ਹੁੰਦੀ ਹੈ? ਅਟਰੈਕਸ਼ਨ ਦੀ। ਫਿਰ ਹੈਗਾ ਆ ਵਿਚ ਆਫ ਦੀਜ਼ ਕੈਨ ਵੀ ਕੰਪਰੈਸਡ ਈਜ਼ੀਲੀ। ਇਹਨਾਂ ਵਿੱਚੋਂ ਕਿਹੜਾ ਕੰਪਰੈਸਡ ਕੀਤਾ ਜਾ ਸਕਦਾ? ਸਪੌਂਜ ਬੜੀ ਆਸਾਨੀ ਨਾਲ ਆਪਾਂ ਉਹਨੂੰ ਦਬਾਉਂਦੇ ਹਾਂ ਤਾਂ ਉਹਦੀ ਹਵਾ ਨਿਕਲ ਜਾਂਦੀ ਆ, ਹੈ ਨਾ। ਆਕਸੀਜਨ ਗੈਸ ਨੂੰ ਵੀ ਕੰਪਰੈਸਿਬਲ ਗੈਸ ਹੈ, ਤਾਂ ਹੀ ਤੁਸੀਂ ਦੇਖਿਆ ਕਿ ਹੋਸਪੀਟਲ ਦੇ ਵਿੱਚ ਆਕਸੀਜਨ ਦੇ ਸਿਲੰਡਰ ਹੁੰਦੇ ਆ ਨਾ, ਆਕਸੀਜਨ ਮਾਸਕ ਪਵਾ ਕੇ ਆਕਸੀਜਨ ਦਿੰਦੇ ਆ, ਪਰ ਇਹਦੇ ਨਾਲ ਹੀ ਹੁੰਦਾ ਹੈ, ਠੀਕ ਆ। ਸੋ ਬੋਥ B ਐਂਡ C ਆ ਜਾਣਾ ਆਪਣੇ ਕੋਲ। ਵਟ ਇਜ਼ ਕੰਪਰੈਸਡ ਨੈਚੁਰਲ ਗੈਸ? ਕੰਪਰੈਸਡ ਨੈਚੁਰਲ ਗੈਸ ਆਪਣੇ ਕੋਲ ਮਿਥੇਨ ਹੁੰਦੀ ਹੈ ਜੀ। ਕੀ ਹੁੰਦੀ ਹੈ? ਮਿਥੇਨ। ਮੈਲਟਿੰਗ ਪੁਆਇੰਟ ਆਫ ਆਈਸ, ਤੁਸੀਂ ਕਹਿਣਾ ਮੈਲਟਿੰਗ ਪੁਆਇੰਟ ਆਫ ਆਈਸ ਆਪਣੇ ਕੋਲ ਕਿੰਨਾ ਸੀਗਾ ਜੀ? 0 ਡਿਗਰੀ ਸੈਲਸੀਅਸ, ਹੈ ਨਾ। ਅਤੇ 0 ਡਿਗਰੀ ਸੈਲਸੀਅਸ ਜੇ ਤੁਹਾਨੂੰ ਯਾਦ ਹੋਵੇ, ਸੋ ਇਹ ਕਿਹਦੇ ਬਰਾਬਰ ਹੁੰਦਾ? 273 ਕੈਲਵਿਨ। ਸੋ ਜਿੱਥੇ 273 ਕੈਲਵਿਨ ਉਹਨੂੰ ਟਿਕ ਕਰ ਦੇਣਾ, ਬਿਲਕੁਲ ਸਹੀ ਆ ਆਪਸ਼ਨ ਨੰਬਰ B। ਫਿਰ ਹੈਗਾ ਆ ਸਵੈਟਿੰਗ ਰਿਜ਼ਲਟ ਇਨ ਕੂਲਿੰਗ ਟੀ ਇਨ ਕੱਪ ਕੂਲਸ ਗ੍ਰੈਜੂਅਲੀ ਵਿਚ ਪ੍ਰੋਸੈਸ ਇਜ਼ ਰਿਸਪੋਂਸੀਬਲ। ਪ੍ਰੋਸੈਸ ਕਿਹੜਾ ਰਿਸਪੋਂਸੀਬਲ ਹੁੰਦਾ? ਇਵੈਪੋਰੇਸ਼ਨ। ਸਬਲੀਮੇਸ਼ਨ ਹੁੰਦਾ ਆ ਸਿੱਧੇ ਸੋਲਿਡ ਤੋਂ ਗੈਸ ਵਿੱਚ ਕਨਵਰਟ ਹੋ ਜਾਣਾ। ਬੋਇਲਿੰਗ ਹੁੰਦਾ ਟੈਂਪਰੇਚਰ ਵਧਾ ਦੇਣਾ, ਯਾਨੀ ਕਿ ਕਿਸੇ ਚੀਜ਼ ਨੂੰ ਗਰਮ ਕਰਨਾ। ਮੈਲਟਿੰਗ ਹੁੰਦਾ ਉਹਨੂੰ ਪਿਘਲਾਉਣਾ, ਠੀਕ ਹੈ। ਸੋ ਰਾਈਟ ਆਨਸਰ ਆਪਣੇ ਕੋਲ ਇਵੈਪੋਰੇਸ਼ਨ ਆ, ਹਾਈਲਾਈਟਡ ਕੀਤਾ ਹੋਇਆ ਆ, ਠੀਕ ਆ। ਛੇਵਾਂ ਹੈਗਾ ਵਿਚ ਆਫ ਦੀਜ਼ ਇਜ਼ ਐਨ ਐਗਜ਼ਾਮਪਲ ਆਫ ਕੰਪਾਊਂਡ। ਕੰਪਾਊਂਡ ਦੀ ਐਗਜ਼ਾਮਪਲ ਕਿਹੜੀ ਆ? ਵਾਟਰ। ਕਿਉਂਕਿ ਜਿਹੜਾ ਆਕਸੀਜਨ ਆ ਉਹ ਕੀ ਆ ਆਪਣੇ ਕੋਲ, ਅਤੇ ਆਇਰਨ ਅਤੇ ਮਰਕਰੀ, ਇਹ ਆਪਣੇ ਕੋਲ ਕੰਪਾਊਂਡ ਨਹੀਂ ਹੈਗੇ, ਇਹ ਇਕੱਲੇ ਆਪਣੇ ਕੋਲ ਕਹਿ ਸਕਦੇ ਅਸੀਂ ਐਲੀਮੈਂਟ ਆ, ਠੀਕ ਆ। ਤੁਸੀਂ ਪੁੱਛੋਗੇ ਕਿੱਦਾਂ? ਮਰਕਰੀ ਹੁੰਦਾ Hg, ਇੱਕ ਅਲੱਗ ਐਲੀਮੈਂਟ ਆ। ਆਇਰਨ F ਹੁੰਦਾ ਆ, ਸੋ ਅਤੇ ਆਕਸੀਜਨ O ਹੁੰਦਾ। ਵਾਟਰ ਹੁੰਦਾ H2O। ਅਤੇ ਕੰਪਾਊਂਡ ਕੀ ਹੁੰਦਾ? ਜਿਹੜੇ ਦੋ ਜਾਂ ਦੋ ਤੋਂ ਵੱਧ ਐਲੀਮੈਂਟਸ ਦੇ ਨਾਲ ਮਿਲ ਕੇ ਬਣਿਆ ਹੋਇਆ ਹੁੰਦਾ ਆ, ਉਹਨੂੰ ਕਹਿੰਦੇ ਆਪਾਂ ਕੰਪਾਊਂਡ, ਠੀਕ ਹੈ। ਆਇਨਸ ਨਾਲ ਮਿਲ ਕੇ ਬਣਿਆ ਹੁੰਦਾ ਆਪਾਂ ਕਹਿ ਸਕਦੇ ਹਾਂ, ਠੀਕ ਆ। ਨੈਕਸਟ ਆ ਜਾਓ 7ਵੇਂ 'ਤੇ। ਵਟ ਇਜ਼ ਪਲਾਜ਼ਮਾ ਮੈਂਬਰੇਨ ਮੇਡ ਅਪ ਆਫ? ਉਹ ਕਿਹਦੀ ਬਣੀ ਹੁੰਦੀ ਆ ਜੀ? ਬੋਥ A ਅਤੇ B। A ਕੀ ਆ? ਲਿਪਿਡ, B ਹੈਗਾ ਪ੍ਰੋਟੀਨ। ਸੋ ਆਨਸਰ ਆ ਗਿਆ A ਅਤੇ B, ਯਾਨੀ ਕਿ ਲਿਪਿਡ ਅਤੇ ਪ੍ਰੋਟੀਨਸ ਦੋਨੋਂ ਉਹਦੇ ਵਿੱਚ ਸ਼ਾਮਿਲ ਹੁੰਦੇ ਆ ਆਪਣੇ ਕੋਲ। 8th 'ਤੇ ਆਉਂਦੇ ਕਹਿੰਦੇ ਵਿਚ ਵਨ ਇਜ਼ ਦਾ ਪਾਵਰ ਹਾਊਸ ਆਫ ਸੈੱਲ। ਸੋ ਜਦ ਵੀ ਪਾਵਰ ਹਾਊਸ ਆਫ ਸੈੱਲ ਦੀ ਗੱਲ ਆ ਜੇ, ਤੁਸੀਂ ਮਾਈਟੋਕੌਂਡਰੀਆ ਯਾਦ ਰੱਖਿਓ ਬਸ ਦਿਮਾਗ 'ਚ, ਹੋਰ ਕੁਛ ਨਹੀਂ। 9ਵਾਂ ਹੈਗਾ ਆਪਣੇ ਕੋਲ ਵਿਚ ਆਫ ਦਾ ਫੋਲੋਇੰਗ ਹੈਲਪ ਇਨ ਫੋਟੋਸਿੰਥਸਿਸ। ਪ੍ਰਕਾਸ਼ ਸੰਸ਼ਲੇਸ਼ਣ ਦੇ ਵਿੱਚ ਕੌਣ ਹੈਲਪ ਕਰਦਾ ਆ? ਪਲਾਸਟਿਡਸ, ਠੀਕ ਆ। ਇੰਡੋਪਲਾਜ਼ਮਿਕ ਰੈਟੀਕੂਲਮ ਇਹ ਕਿਸੇ ਹੋਰ ਚੀਜ਼ ਲਈ ਆ, ਗੋਲੀ ਆਪਰੇਟਸ ਕੁਛ ਹੋ ਰਿਹਾ। ਪਲਾਸਟਿਡ ਜਿਹੜੇ ਆ ਇਹ ਹੈਲਪ ਕਰਦੇ ਫੋਟੋਸਿੰਥਸਿਸ ਵਿੱਚ, ਇਹ ਇੰਪੋਰਟੈਂਟ ਆ, ਬਹੁਤ ਜ਼ਿਆਦਾ ਯਾਦ ਰੱਖਿਓ। ਫਿਰ ਆ ਗਿਆ ਹੂ ਡਿਸਕਵਰ ਸੈੱਲ। ਲੋ ਕਿਹਦਾ ਨਾਂ ਆ? ਇਹ ਸਾਇੰਟਿਸਟ ਦਾ ਨਾਂ ਆ, ਤਾਂ ਉਹ ਕੌਣ ਆ? ਰੋਬਰਟ ਹੁੱਕ, ਜਿਹਨੇ ਸੈੱਲ ਡਿਸਕਵਰ ਕੀਤਾ ਸੀਗਾ, ਠੀਕ ਆ ਜੀ। 11th ਹੈਗਾ ਆ ਵਿਚ ਆਫ ਦਾ ਫੋਲੋਇੰਗ ਇਜ਼ ਰਿਸਪੋਂਸੀਬਲ ਫॉर ਰਿਮੂਵਿੰਗ ਦਾ ਵੇਸਟ ਪ੍ਰੋਡਕਟ ਫਰੋਮ ਬੋਡੀ। ਸੋ ਵੈਕਿਊਲਸ ਆ, ਮਾਈਟੋਕੌਂਡਰੀਆ, ਨਿਊਕਲੀਅਸ ਆ, ਜਾਂ ਰਾਈਬੋਜ਼ੋਮਸ ਆ। ਹੁਣ ਇੱਕ ਗੱਲ ਧਿਆਨ ਨਾਲ ਸੁਣੋ, ਰਾਈਬੋਜ਼ੋਮਸ ਅਤੇ ਨਿਊਕਲੀਅਸ ਇਹਨਾਂ ਦਾ ਕੰਮ ਹੀ ਨਹੀਂ ਹੁੰਦਾ ਬਾਹਰ ਭੇਜਣਾ, ਹੈ ਨਾ, ਮਤਲਬ ਵੇਸਟ ਪ੍ਰੋਡਕਟ ਨੂੰ। ਅਤੇ ਮਾਈਟੋਕੌਂਡਰੀਆ ਹੁੰਦਾ ਆਪਣੇ ਕੋਲ ਪਾਵਰ ਹਾਊਸ ਆਫ ਸੈਲਸ ਤੋਂ ਜਿਹੜਾ ਆਨਸਰ ਬੱਚਿਆ ਵੈਕਿਊਲਸ ਇਹੀ ਆ ਜਾਏਗਾ ਰਾਈਟ ਆਨਸਰ। ਤੁਹਾਨੂੰ ਆਨਸਰ ਪਤਾ ਹੈ, ਵਧੀਆ ਗੱਲ ਆ, ਪਰ ਜਿਹੜੀਆਂ 3 ਆਪਸ਼ਨ ਆ ਉਹਨਾਂ ਤੋਂ ਜਿਹੜੀ ਤੁਹਾਨੂੰ ਨੌਲੇਜ ਮਿਲ ਸਕਦੀ ਆ ਨਾ, ਉਹ ਵੀ ਜ਼ਰੂਰ ਲੈ ਲਿਆ ਕਰਿਓ ਤਾਂ ਕਿ ਤੁਹਾਨੂੰ ਪਤਾ ਹੋਏ, ਠੀਕ ਆ। ਫਿਰ ਹੈਗਾ ਆਪਣੇ ਕੋਲ ਵਿਚ ਆਫ ਦਾ ਫੋਲੋਇੰਗ ਇਜ਼ ਐਨ ਐਗਜ਼ਾਮਪਲ ਆਫ ਕਨੈਕਟਿਵ ਟਿਸ਼ੂ। ਸਕਿਨ, ਬੋਨ, ਨਰਵੀ ਟਿਸ਼ੂ ਜਾਂ ਬਲੱਡ। ਸੋ ਬੋਨ ਜਿਹੜੀ ਹੈ ਕਨੈਕਟਿਵ ਟਿਸ਼ੂ ਹੈਗੀ ਆਪਣੇ ਕੋਲ। ਦੈਨ ਹੈਗਾ ਤੁਹਾਡੇ ਕੋਲ SI ਯੂਨਿਟ ਆਫ ਸਪੀਡ ਜਾਂ ਵੈਲੋਸਿਟੀ। ਸਪੀਡ ਜਾਂ ਵੈਲੋਸਿਟੀ ਦੀ SI ਯੂਨਿਟ ਕੀ ਹੁੰਦੀ ਹੈ? ਮੀਟਰ ਪਰ ਸੈਕਿੰਡ, ਠੀਕ ਹੈ। ਕੀ ਹੁੰਦੀ ਹੈ ਜੀ? ਮੀਟਰ ਪਰ ਸੈਕਿੰਡ ਸਕੇਅਰ। ਇਹਨੂੰ ਥੋੜ੍ਹਾ ਜਿਹਾ ਠੀਕ ਕਰੋ। ਆਪਣੇ ਕੋਲ ਵੈਲੋਸਿਟੀ ਜਾਂ ਸਪੀਡ ਹੁੰਦੀ ਆ ਮੀਟਰ ਪਰ ਸੈਕਿੰਡ,
ठीक है, स्केयर नहीं होंदा, मीटर पर सैकेंड होंदा, इनू करैक्ट कर लेना। ठीक है, ਜਾਂ ਤੁਸੀਂ ਇਹਨੂੰ ਇੱਦਾਂ ਲਿਖ ਸਕਦੇ ਹੋ मीटर पर सैकेंड -1 s ਦੀ ਪਾਵਰ। ठीक है, rate of change of velocity is called displacement, सॉरी ਉਹ ਸ਼ਾਰਟਰ ਡਿਸਟੈਂਸ ਹੁੰਦਾ ਹੈ। ਆਪਣੇ ਕੋਲ ਐਕਸਲਰੇਸ਼ਨ ਹੈ, ਰੇਟ ਆਫ ਚੇਂਜ ਆਫ ਵੈਲੋਸਿਟੀ ਬਟਾ ਟਾਈਮ ਆਪਣੇ ਕੋਲ ਇਹ ਚੀਜ਼ ਕਿਹਦੇ ਬਰਾਬਰ ਹੁੰਦੀ ਆ, ਐਕਸਲਰੇਸ਼ਨ ਦੇ। ਸੋ ਆਪਣੇ ਕੋਲ ਆ ਜਾਣਾ ਐਕਸਲਰੇਸ਼ਨ। ठीक है, मोमेंटम होंदा जी अपने कोल मास गुणा v यानी कि वेलोसिटी, एवरेज स्पीड होंदी आ इनीशियल प्लस फाइनल बटे 2, तो डिसप्लेसमेंट जी ये चीज़ है ये नहीं इतने आना, क्यों, क्योंकि ये होंदी है शॉर्टर डिस्टेंस कवर्ड बाय द बॉडी। तो अगे है SI यूनिट ऑफ एक्सलरेशन। एक्सलरेशन हुण की होंदा है, देखो वेलोसिटी बटा टाइम। ठीक है जी, सो जो आप एक्सलरेशन की गल करनी तद SI यूनिट हो जानी है मीटर पर सैकेंड स्केयर। विच ऑफ दीज इक्वेशन ऑफ मोशन इज़ करैक्ट, करैक्ट कि है v = u + at, ये है कि फस्ट इक्वेशन ऑफ मोशन है। ए भी इनकरैक्ट है, ए भी इनकरैक्ट है, ए भी इनकरैक्ट है। ठीक है, विच ऑफ द फॉलोइंग इक्वेशन इज़ नॉट करैक्ट। देखो s = ut + हाफ at² सही है, v² - u = 2s, ये अपने को गलत है, क्यों, क्योंकि v² - u² होंदा वो इतने नहीं पिया। सो बी ऑप्शन राइट है अपने कोल। फिर है दैन कि वैन अ कारपेट इज़ बिटन विद अ स्टिक डस्ट कम आउट ऑफ इट एक्सप्लेनड बाय लॉ। केड़ा लॉ होंदा जी, फर्स्ट लॉ होंदा है अपने कोल इनर्शिया वाला। 19वां है रिलेशन बिटवीन फोर्स F एंड एक्सलरेशन इज़ शोड बाय, तुहाडे कोल बहुत सौखा है, F = ma, ये तुहाडे कोल रिलेशन है। ठीक है, फिर है अपने कोल वट इज़ द SI यूनिट ऑफ फोर्स। फोर्स की SI यूनिट की होंगी, न्यूटन तो बच्चों को पता होंदा है, पर किलोग्राम मीटर पर सैकेंड भी होंगी है। ठीक है, अब तुहानूं मैं थोड़ा जिहा इहदे बारे एक्सप्लेन करा। देखो फोर्स अपने कोल, फोर्स का फॉर्मूला हैगा तुहाडे कोल, हुणी तुसीं पढ़िया मास इंटू एक्सलरेशन। जिहड़ा मास है, मास की SI यूनिट की होंगी है 1 kg, तो एक्सलरेशन की असीं हुणी उपर कीती सीगी मीटर पर सैकेंड स्केयर। तो ये अपने को आ गया 1 kg मीटर पर सैकेंड स्केयर के दा न्यूटन, जहाँ आप कह सकते हैं फोर्स की SI यूनिट, क्योंकि दोनों ही सेम आ। सो इस करके अपने को राइट आंसर इहदा आ गया बोथ ऑफ A एंड B। नैक्सट आ जाओ जी अपने को गिव वन वर्ड, कहता द स्टेट ऑफ वाटर 25 डिग्री सैल्सीयस, लिक्विड ही होगी, तरल जिन्होंने तो कहने है ना 25 डिग्री सैल्सीयस, तो ना वो जमदा आ ना वो बॉयल होंदा, सो लिक्विड सिंपल। गिव एन एग्जाम्पल ऑफ एपिथेलियल टिश्यू। ठीक है, एपिथेलियल टिश्यू जोड़ा है वो एग्जाम्पल लिख देनी है स्किन। द सिंथेसिस ऑफ लिपिड्स एंड प्रोटीन टेक प्लेस इन ER एंडोप्लाज्मिक रेटिकुलम, जोड़ा कि तुहानूं एक MCQ दे विच भी आया सीगा। एंडोप्लाज्मिक रेटिकुलम मैं किते देखिया सीगा, इन्हां ऑप्शनां विच ही सीगा किते आ रहा एंडोप्लाज्मिक रेटिकुलम। ठीक है, सो ये जोड़ा आ इत्थे तुहाडी फिलअप का भी आंसर बनया है। ठीक है, फिर है द रेवोल्यूशन ऑफ अर्थ अराउंड द सन इज़ एन एग्जाम्पल ऑफ यूनीफॉर्म सर्कुलर मोशन, रोटेशनल मोशन भी कह सकते हो। ठीक है, मोमेंटम इज़ द प्रोडक्ट ऑफ मास एंड वेलोसिटी, मैं तुहानूं उपर भी दस्सिया सी मास इंटू वेलोसिटी की होंदी है मोमेंटम। सैक्शन B ते आ जाओ, जिहदे विच अपने कोल फर्स्ट है कन्वर्ट टैंपरेचर इंटू सैल्सीयस। 300 कैलविन में 273 माइनस करो 27 डिग्री सैल्सीयस आ जाएगा। 573 में 273 माइनस करो 300 सैल्सीयस आ जाएगा। हुण आ जिहड़े क्वेश्चन है इन्हां नूं तुसीं एक बार पढ़ लो, फिर असीं इन्हां दे आंसरां वल मूव करांगे कि किहदा की आंसर बनेगा अपने कोल। ठीक है जी, सो आओ हुण तुहानूं इन्हां सारे क्वेश्चन दा एक एक करके आंसर करा दा, पर एक क्वेश्चन जिहड़ा आपां इत्थे करना वो देख लिओ। एक तां असीं पहला क्वेश्चन कीता, हुण असीं एक कर लेना इत्थे डिसप्लेसमेंट वाला कित्थे है जी। वट इज़ डिसप्लेसमेंट, डिसप्लेसमेंट की होंदी है जी शॉर्टर डिस्टेंस कवर बाय एन ऑब्जेक्ट इज़ कॉल्ड डिसप्लेसमेंट, इट इज़ वैक्टर क्वांटिटी। सो क्वेश्चन है वी कैन गेट द स्मैल ऑफ परफ्यूम सिटिंग सेवरल मीटर्स, इसका की कारण है। देखो पार्टिकल ऑफ परफ्यूम डिफ्यूज इन गैस, गैशियस पार्टिकल पोजेस हाई रैंडम वेलोसिटी एंड लार्ज इंटरमोलिकुलर स्पेस। With the help of these gaseous particle of perfume particle reach our nostril and we get
द ਸਮੈਲ ਆਫ ਪਰਫਿਊਮ ਸਿਟਿੰਗ ਸੈਵਰਲ ਮੀਟਰ ਅਵੇ। ਸੋ ਉਹੀ ਗੱਲ ਆ ਕਿ ਇਹ ਇਸ ਕਰਕੇ ਹੁੰਦਾ ਹੈ ਕਿ ਪਰਫਿਊਮ ਅਸੀਂ ਜਿੱਦਾਂ ਦਾ ਪੂਰੇ ਕਮਰੇ ਦੇ ਵਿੱਚ ਜੇ ਪਰਫਿਊਮ ਇੱਥੇ ਛਿੜਕਿਆ ਗਿਆ ਆ ਤਾਂ ਉਹਦੇ ਜਿਹੜੇ ਪਾਰਟੀਕਲਸ ਹੈ ਉਹਦੀ ਜਿਹੜੀ ਸਮੈਲ ਹੈ ਉਹ ਪੂਰੇ ਕਮਰੇ 'ਚ ਫੈਲ ਜਾਂਦੀ। ਕਾਰਨ ਉਹਦੇ ਇੱਕ ਇਹੀ ਆ ਕਿ ਉਹਨਾਂ ਦੇ ਪਾਰਟੀਕਲ ਵਿੱਚ ਇੰਟਰਮੋਲੀਕੂਲਰ ਸਪੇਸਿਸ ਇੰਨੀ ਜ਼ਿਆਦਾ ਹੁੰਦੀ ਹੈ ਕਿ ਪਾਰਟੀਕਲ ਆਰਾਮ ਨਾਲ ਮੂਵ ਕਰਦੇ ਹੋਏ ਕਿਤੇ ਵੀ ਫੈਲ ਜਾਂਦੇ ਆ। ਇਸ ਕਰਕੇ ਸਾਨੂੰ ਕਿੰਨੀ ਹੀ ਦੂਰੀ ਤੋਂ ਵੀ ਉਹਦੀ ਸਮੈਲ ਆ ਜਾਂਦੀ ਆ। ਫਿਰ ਤੁਹਾਡੇ ਕੋਲ ਕੁਐਸਚਨ ਸੀਗਾ ਕਿ ਤੁਸੀਂ ਸੈਚੂਰੇਟਡ ਸੋਲਿਊਸ਼ਨ ਦੀ ਡੈਫੀਨੇਸ਼ਨ ਲਿਖਣੀ ਹੈ ਤਾਂ ਤੁਸੀਂ ਲਿਖੋਗੇ ਸੋਲਿਊਸ਼ਨ ਇਨ ਵਿਚ ਮੈਕਸਿਮਮ ਅਮਾਊਂਟ ਆਫ ਸੋਲਿਊਟ dissolve at a given temperature is called saturated solution। saturated solution ਉਹ ਹੁੰਦਾ ਹੈ ਜਿਹਦੇ ਵਿੱਚ ਮੈਕਸਿਮਮ ਅਮਾਊਂਟ ਆਫ ਸੋਲਿਊਟ ਡਿਜ਼ੋਲਵ ਕੀਤੀ ਗਈ ਹੁੰਦੀ ਹੈ ਇੱਕ ਨਿਰਧਾਰਿਤ ਟੈਂਪਰੇਚਰ ਦੇ ਉੱਤੇ। ਤੁਹਾਡੇ ਕੋਲ ਇੱਕ ਕੁਐਸਚਨ ਸੀਗਾ ਜਿਹਦੇ ਵਿੱਚ ਤੁਸੀਂ ਹੋਮੋਜੀਨੀਅਸ ਮਿਕਸਚਰ ਦੇ 2 ਐਗਜ਼ਾਮਪਲਸ ਲਿਖਣੇ ਸੀਗੇ। ਉਹ ਤੁਸੀਂ ਲਿਖ ਸਕਦੇ ਹੋ ਸੋਡਾ ਵਾਟਰ, ਏਅਰ ਅਤੇ ਵਿਨੇਗਰ। ਠੀਕ ਹੈ, ਇਹ ਹੋਮੋਜੀਨੀਅਸ ਮਿਕਸਚਰ ਦੀ ਐਗਜ਼ਾਮਪਲਸ ਹੈ ਆਪਣੇ ਕੋਲ। ਸੋ ਇੱਕ ਕੁਐਸਚਨ ਤੁਹਾਡਾ ਇਹ ਵੀ ਆ, ਕਹਿੰਦੇ ਵਟ ਵੁੱਡ ਹੈਪਨ ਇਫ ਦਾ ਪਲਾਜ਼ਮਾ ਮੈਂਬਰੇਨ ਰੈਪਟਰਸ ਔਰ ਬ੍ਰੇਕਡਾਊਨ। ਜੇ ਉਹ ਰੈਪਟਰਸ ਜਿਹੜੇ ਆ ਉਹ ਬ੍ਰੇਕਡਾਊਨ ਹੋ ਜਾਏ ਫਿਰ ਕੀ ਹੋਊਗਾ। if plasma membrane ruptures or break down then molecule of some substances will freely move in and out of the cell। यानी कि ये इन्ने प्लाज्मा मैम्ब्रेन इन्नी ज़्यादा इंपॉर्टेंट है कि जे आ ना होवे तो पार्टिकल्स ने या फिर आप कह सकते हैं ਜਿਹੜੇ ਮੋਲੀਕਿਊਲ ਦੇ ਅੰਦਰ ਵਾਲੇ ਸਬਸਟੈਂਸਿਸ ਆ ਉਹਨਾਂ ਨੇ ਬਾਹਰ ਫਰੀਲੀ ਮੂਵ ਕਰੀ ਜਾਣਾ ਜੋ ਕਿ ਸਹੀ ਨਹੀਂ ਹੈਗਾ। ਦੈਨ ਹੈਗਾ ਤੁਹਾਡੇ ਕੋਲ ਵਟ ਇਜ਼ ਓਸਮੋਸਿਸ। ਦੇਖੋ ਓਸਮੋਸਿਸ ਇਜ਼ ਦਾ ਪ੍ਰੋਸੈਸ ਆਫ ਮੂਵਮੈਂਟ ਆਫ ਵਾਟਰ ਮੋਲੀਕਿਊਲ ਫਰੋਮ ਅ ਰੀਜਨ ਆਫ ਹਾਇਰ ਕੰਸਨਟ੍ਰੇਸ਼ਨ ਥਰੂ ਅ ਸੈਮੀ ਪਰਮੇਬਲ ਮੈਂਬਰੇਨ ਟੂ ਅ ਰੀਜਨ ਆਫ ਲੋਅਰ ਵਾਟਰ ਕੰਸਨਟ੍ਰੇਸ਼ਨ। ਸੋ ਇਹ ਇੰਪੋਰਟੈਂਟ ਕੁਐਸਚਨ ਹੈ ਓਸਮੋਸਿਸ ਦਾ, ਇਹਨੂੰ ਤੁਸੀਂ ਜ਼ਰੂਰ ਕਰ ਲੈਣਾ ਜੀ। डिफाइन द टर्म टिशू। जी तेरे को टिशू टर्म या डिफाइन करना है डेफिनेशन पूछिया ग्रुप ऑफ सैल सिमिलर इन स्ट्रक्चर डैट वर्क टुगैदर टू अचीव अ पार्टिकल फंक्शन इज कॉल्ड अ टिशू। एग्जाम्पल ब्लड, जाइलम, फ्लोएम, मसल। ये सारे की है टिशू ही तो है अपने को, है ना जी। सो असी बड़ी मेहनत नाल वीडियो बनाने, सो प्लीज़ सबसक्राइब कर देना। अगला क्वेश्चन है गिव 3 फीचर ऑफ कार्डियक मसल। सो हार्ट मसल आर कॉल्ड कार्डियक मसल्स। ठीक है, दीज मसल्स आर सिलेंड्रिकल, ब्रांच्ड एंड यूनिन्यूक्लिएट एंड इनवॉलंटरी। ਵਲੰਟਰੀ ਹੁੰਦੇ ਜਿਹੜਿਆਂ ਨੂੰ ਤੁਸੀਂ ਕੰਟਰੋਲ ਕਰ ਸਕਦੇ, ਇਨਵਲੰਟਰੀ ਹੁੰਦੇ ਜਿਹੜੇ ਤੁਹਾਡੇ ਕੰਟਰੋਲ ਵਿੱਚ ਨਹੀਂ ਹੁੰਦੇ। ਸੋ ਇਹ ਇਨਵਲੰਟਰੀ ਆ ਕੌਣ, ਕਾਰਡਿਕ ਮਸਲਸ ਜਿਹੜੀ ਕਿ ਦਿਲ ਦੀਆਂ ਮਾਸਪੇਸ਼ੀਆਂ ਹੁੰਦੀਆਂ, ਸਿਲੰਡਰੀਕਲ ਸ਼ੇਪ ਦੀਆਂ ਆ, ਬ੍ਰਾਂਚਡ ਆ ਅਤੇ ਯੂਨੀ ਨਿਊਕਲੀਏਟ ਆ ਯਾਨੀ ਕਿ ਇੱਕੋ ਹੀ ਨਿਊਕਲੀਅਸ ਆ ਇਹਨਾਂ ਦੇ ਵਿੱਚ। ਤੁਹਾਨੂੰ ਡਿਫਰੈਂਸ ਪੁੱਛਿਆ ਆ ਸਪੀਡ ਅਤੇ ਵੈਲੋਸਿਟੀ ਦਾ। ਸੋ ਸਪੀਡ ਆ ਜਾਣਾ ਇਟ ਇਜ਼ ਅ ਸਕੇਲਰ ਕੁਆਂਟਿਟੀ, ਜਿਹੜੀ ਵੈਲੋਸਿਟੀ ਹੈ ਕਿ ਵੈਕਟਰ ਕੁਆਂਟਿਟੀ। ਸਪੀਡ ਆਲਵੇਜ਼ ਪੋਜ਼ੀਟਿਵ, ਜਿਹੜੀ ਵੈਕਟਰ ਹੈ ਆਲਵੇਜ਼ ਪੋਜ਼ੀਟਿਵ, ਨੈਗੇਟਿਵ ਔਰ ਜ਼ੀਰੋ ਯਾਨੀ ਕਿ ਕੁਛ ਵੀ ਹੋ ਸਕਦੀ ਆ। ਸਪੀਡ ਇਜ਼ ਦਾ ਟਾਈਮ ਰੇਟ ਆਫ ਕਵਰਿੰਗ ਡਿਸਟੈਂਸ, ਵੈਲੋਸਿਟੀ ਇਜ਼ ਦਾ ਟਾਈਮ ਰੇਟ ਆਫ ਕਵਰਿੰਗ ਡਿਸਪਲੇਸਮੈਂਟ। ਇੰਨਾ ਜਿਹਾ ਫਰਕ ਹੈ ਸਪੀਡ ਦੇ ਵਿੱਚ ਅਤੇ ਵੈਲੋਸਿਟੀ ਦੇ ਵਿੱਚ। ਕਹਿੰਦੇ ਵਾਈ ਐਡਵਾਈਸ ਟੂ ਟਾਈ ਐਨੀ ਲਗੇਜ ਔਨ ਦਾ ਕੀਪ ਔਨ ਦਾ ਬੱਸ ਰੂਫ। ਬੱਸ ਦੇ ਉੱਤੇ ਜਿਹੜਾ ਤੁਹਾਡਾ ਲਗੇਜ ਰੱਖਿਆ ਜਾਂਦਾ ਉਹਨੂੰ ਆਪਾਂ ਰੱਸੀ ਦੇ ਨਾਲ ਕਿਉਂ ਬੰਨ੍ਹਦੇ ਹਾਂ। ਸਿੰਪਲ ਲੈਂਗੁਏਜ ਦੇ ਵਿੱਚ ਅਸੀਂ ਇਹੀ ਕਹਿੰਦੇ ਹਾਂ ਕਿ ਕਿਤੇ ਡਿੱਗ ਨਾ ਜਾਏ। ਸਾਇੰਟੀਫਿਕ ਰੀਜ਼ਨ ਇਹ ਹੈ ਦਿਸ ਇਜ਼ ਬਿਕੋਜ਼ ਡਿਊ ਟੂ ਦਾ ਇਨਰਸ਼ੀਆ ਆਫ ਰੈਸਟ ਐਂਡ ਇਨਰਸ਼ੀਆ ਆਫ ਮੋਸ਼ਨ ਲਗੇਜ ਕੈਨ ਫਾਲ ਬੈਕਵਰਡ ਔਰ ਫੋਰਵਰਡ ਫਰੋਮ ਦਾ ਰੂਫ। ਕਿਉਂਕਿ ਦੇਖੋ ਨਾ ਜਿੱਦਾਂ ਹੁਣ ਕਈ ਵੇਲੇ ਕੀ ਹੁੰਦਾ ਬੱਸ ਅਚਾਨਕ ਦੇ ਨਹੀਂ ਰੁਕਦੀ ਆ ਤਾਂ ਅਸੀਂ ਅੱਗੇ ਨੂੰ ਡਿੱਗਦੇ ਹਾਂ ਨਾ। ਮੰਨ ਲਓ ਬਸ ਇਸ ਡਾਇਰੈਕਸ਼ਨ ਦੇ ਵਿੱਚ ਜਾਂਦੀ ਪਈ ਆ ਬੱਸ ਨੇ, ਅਚਾਨਕ ਜਿਹੜੀਆਂ ਬੱਸ ਆ ਇਹਨੇ ਬ੍ਰੇਕ ਲਗਾਈ ਤਾਂ ਅਸੀਂ ਵੀ ਅੱਗੇ ਨੂੰ ਡੇਗਦੇ ਹਾਂ, ਹੈ ਨਾ। ਤਾਂ ਉਹ ਕਹਿੰਦਾ ਕਿ ਜਦੋਂ ਇਹਦੇ ਉੱਤੇ ਛੱਤ ਦੇ ਉੱਤੇ ਸਮਾਨ ਪਿਆ ਹੋਣਾ ਉਹਨੇ ਵੀ ਅੱਗੇ ਨੂੰ ਡਿੱਗ ਜਾਣਾ ਹੈ ਨਾ। ਸੋ ਉਹ ਇੱਦਾਂ ਬੈਕਵਰਡ ਜਾਂ ਫੋਰਵਰਡ ਨਾ ਡਿੱਗੇ, ਇਸ ਕਰਕੇ ਅਸੀਂ ਉਹਨੂੰ ਜਿਹੜਾ ਆ ਰੱਸੀ ਦੇ ਨਾਲ ਟਾਈ ਕਰ ਦਿੰਦੇ ਹਾਂ। ਸੋ ਅਸੀਂ ਸਾਰੇ ਕੁਐਸਚਨ ਕਰ ਲਏ ਨੇ। ਇਸ ਤੋਂ ਬਾਅਦ ਹੁਣ ਦੇਖੋ ਜੀ ਅਸੀਂ ਕੀ ਕਰਨਾ ਹੈ। ਸੈਕਸ਼ਨ ਸੀ ਦੇਖੋ ਵਟ ਟਾਈਪ ਆਫ ਕਲੋਥ ਸ਼ੁੱਡ ਬੀ ਵੀਅਰ ਇਨ ਸਮਰ। ਸੋ ਸਮਰ ਦੇ ਵਿੱਚ ਕਿੱਦਾਂ ਦੇ ਕੁਐਸਚਨ ਆਪਾਂ ਪਾਉਣੇ ਚਾਹੀਦੇ ਆ। ਸੋ ਕਾਟਨ ਕਲੋਥਸ ਹੀ ਪਾਉਣੇ ਚਾਹੀਦੇ ਆ। ਡਿਫਰੈਂਸ਼ੀਏਟ ਹੋਮੋਜੀਨੀਅਸ ਅਤੇ ਹੈਟਰੋਜੀਨੀਅਸ ਮਿਕਸਚਰ ਅਤੇ ਕੰਪੇਅਰ ਪਲਾਂਟ ਸੈਲ ਐਨੀਮਲ ਸੈਲ। ਹਾਊ ਡਜ਼ ਐਨ ਅਮੀਬਾ ਓਬਟੇਨ ਇਟਸ ਫੂਡ। ਗਿਵ 3 ਫੰਕਸ਼ਨ ਆਫ ਸਟੋਮੇਟਾ। यूजिंग अ हॉरिजॉन्टल फोर्स ऑफ वी न्यूटन एक नूमेरिकल टाइप क्वेश्चन है। डी दे विच हैगा न्यूटन थर्ड लॉ ऑफ मोशन गिव एन एग्जाम्पल जां यानी कि और एक नूमेरिकल है वो कर लो। वट इज़ द डिफरेंस बिटवीन एलिमेंट ते कंपाउंड या फिर क्लासीफाई
ਜਿਹੜਾ ਕਿ ਇਨਟੂ ਐਲੀਮੈਂਟ ਕੰਪਾਊਂਡ ਔਰ ਮਿਕਸਚਰ ਇਹਨਾਂ ਨੂੰ ਕਰੋ। ਡਰੋ ਅ ਲੇਬਲ ਡਾਇਗਰਾਮ ਆਫ ਨਿਊਰੋਨ ਤੇ ਡਾਇਗਰਾਮੈਟਿਕ ਸ਼ੋ ਡਿਫਰੈਂਸ ਬਿਟਵੀਨ ਆਫ 3 ਟਾਈਪ ਆਫ ਮਸਲਸ। ਤੋਂ ਇਹ ਤੁਹਾਡੇ ਕੋਲ ਇੱਥੇ ਤੁਹਾਡਾ ਪੇਪਰ ਹੋਇਆ ਕੰਪਲੀਟ। ਇਹ ਜਿਹੜੇ ਵੱਡੇ ਕੁਐਸਚਨ ਹੈ ਤੁਸੀਂ ਆਪਣੀ ਕਾਪੀ 'ਤੇ ਲਿਖੇ ਹੀ ਹੋਣੇ ਆ, ਸੋ ਉੱਥੋਂ ਤੁਸੀਂ ਇਹਨੂੰ ਕਰ ਲੈਣਾ ਕੰਪਲੀਟ। ਇਹਦੇ ਨਾਲ ਹੀ ਤੁਹਾਡਾ ਪੇਪਰ ਵੀ ਹੁੰਦਾ ਹੈ ਕੰਪਲੀਟ ਤੇ ਸਾਰਾ ਕੁਝ ਹੋ ਗਿਆ ਇੱਥੇ ਕੰਪਲੀਟ। ਸੋ ਪਲੀਜ਼ ਤੁਸੀਂ ਸਾਡੇ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਕਰਕੇ ਜ਼ਰੂਰ ਜਾਇਓ। ਵੱਡੇ ਕੁਐਸਚਨ ਅਸੀਂ ਤਾਂ ਛਡਾਏ ਕਿਉਂਕਿ ਉਹ ਤੁਸੀਂ ਆਪਣੀ ਕਾਪੀ ਤੋਂ ਆਰਾਮ ਨਾਲ ਕਰ ਲੈਣਾ। ਸੋ ਸਟੂਡੈਂਟਸ ਇੱਥੇ ਹੁੰਦਾ 9ਵੀਂ ਕਲਾਸ ਦਾ ਸਾਇੰਸ ਵਿਸ਼ੇ ਦਾ ਅੰਗਰੇਜ਼ੀ ਮੀਡੀਅਮ ਪੇਪਰ ਫੁੱਲੀ ਸੋਲਵ। ਸੋ ਪਲੀਜ਼ ਸਾਡੇ ਚੈਨਲ ਸਬਸਕ੍ਰਾਈਬ ਕਰਕੇ ਇੱਕ ਲਾਈਕ ਕਰਕੇ ਜ਼ਰੂਰ ਜਾਣਾ ਜੀ।